ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਦੋਸਤੋ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ। ਅੱਜ ਮੈਂ ਵਲੋਗ ਸ਼ੁਰੂ ਕਰਨ ਲੱਗੀ ਹਾਂ ਕਿ ਮੈਂ ਕਿੰਨੇ ਦਿਨਾਂ ਦੀ ਕਹਿਣ ਰਹੀ ਸੀ ਕਿ ਹਾਂ ਤੁਸੀਂ ਜਾਣਨਾ ਚਾਹੁੰਦੇ ਸੀ ਕਿ ਕਿਸ ਤਰ੍ਹਾਂ ਤੇ ਕਿੱਥੇ ਮਿਲੇ ਸੀ। ਅਸੀਂ ਉਹ ਵਲੋਗ ਸ਼ੁਰੂ ਕਰਨ ਲੱਗੀ ਕਿ ਕਿਵੇਂ ਮਿਲੇ ਸੀ। ਪਰ ਉਸ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਮੈਸੇਜ ਲੜਕਿਆਂ ਨੂੰ ਦੇਣਾ ਚਾਹੁੰਦੀ ਜਿਹੜੇ ਮਤਲਬ ਜੰਗ ਨੇ। ਇਹ ਦੱਸਣਾ ਚਾਹੁੰਦੀ ਹਾਂ ਕਿ ਮਰਦਾਨਗੀ ਉੱਚਾ ਬੋਲਣ ਜਾਂ ਹੱਥ ਚੁੱਕਣ 'ਚ ਨਹੀਂ ਹੁੰਦੀ। ਮਰਦਾਨਗੀ ਹੁੰਦੀ ਆ ਕਿ ਔਰਤ ਨੂੰ ਸਮਝਾਉਣਾ, ਉਹਦੇ ਨਾਲ ਪਿਆਰ ਨਾਲ ਗੱਲ ਕਰਨੀ, ਅਤੇ ਉਹਨੂੰ ਪਿਆਰ ਸਮਝਾਉਣ ਤੋਂ ਵੀ ਪਹਿਲਾਂ ਸਭ ਤੋਂ ਪਹਿਲਾਂ ਉਹਨੂੰ ਜ਼ਿਆਦਾ ਜ਼ਰੂਰਤ ਹੈਗੀ ਇੱਜ਼ਤ ਦੀ। ਅਗਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਏ ਤੇ ਮੇਰਾ ਖਿਆਲ ਕਾਫੀ ਰਿਸ਼ਤਿਆਂ ਦੇ ਵਿੱਚ ਸੁਧਾਰ ਆ ਸਕੇ। ਅਗਰ ਮਰਦਾਨਗੀ ਇਹ ਸਮਝਦੇ ਨੇ ਕਿ ਉੱਚੀ ਬੋਲਿਆ ਜਾਂ ਛਿੱਤਰ ਕਰ ਲਿਆ, ਪਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਜਿਹੜਾ ਅੱਜ ਦਾ ਜ਼ਮਾਨਾ ਵਾ, ਔਰਤਾਂ ਕੀ ਕੁਛ ਕਰ ਗੁਜ਼ਰਦੀਆਂ ਨੇ। ਉਹ ਬੇਇੱਜ਼ਤੀ ਥੋੜ੍ਹਾ ਚਿਰ ਸਹਿ ਸਕਦੀਆਂ ਨੇ, ਉਸ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿ ਉਹ ਤੁਹਾਨੂੰ ਕਿੱਦਾਂ ਰੋਲ ਦੇਣਗੀਆਂ। ਇੱਥੇ ਇਸ ਦੁਨੀਆ ਦੇ ਵਿੱਚ ਕੁਛ ਮਾਰ ਦੇਣਗੀਆਂ, ਕੁਛ ਰੋਲ ਦੇਣਗੀਆਂ। ਪਰ ਔਰਤ ਜਦੋਂ ਦੂਸਰੇ ਘਰ ਆਉਂਦੀ ਹੈ ਤਾਂ ਉਹਦਾ ਕਾਫੀ ਧਿਆਨ ਹੁੰਦਾ ਕਿ ਉਹਨੂੰ ਇੱਜ਼ਤ ਮਿਲੇ ਦੂਸਰੇ ਘਰੋਂ। ਪਰ ਜੇ ਆਦਮੀ ਸਮਝੇ ਕਿ ਮੈਂ ਉਹਨੂੰ ਬੇਇੱਜ਼ਤ ਕਰਾਂ ਅਤੇ ਇੱਦਾਂ ਉਹ ਮੈਨੂੰ ਬਹਿ ਕੇ ਇੱਜ਼ਤ ਜਾਂ ਪਿਆਰ ਦੇਊਗੀ, ਉਹ ਨਹੀਂ ਦਿੰਦੀ। ਬਸ ਇੰਨਾ ਕੀ ਖਿਆਲ ਰੱਖਿਆ ਜਾਏ। ਔਰ ਮੈਂ ਹੁਣ ਆਪਣੀ ਗੱਲ ਸ਼ੁਰੂ ਕਰਦੀ ਹਾਂ ਕਿ ਜਦੋਂ ਮੈਂ ਜਿਹੜਾ ਮੇਰਾ ਤੁਸੀਂ ਵੇਖਿਆ ਹੀ ਆ ਕਿ ਜੇ ਸਾਰਾ ਮੈਂ ਤੁਹਾਨੂੰ ਦੱਸ ਚੁੱਕੀ ਕਿਸ ਤਰ੍ਹਾਂ ਮੈਂ ਨਿਕਲੀ ਹਾਂ। ਔਰ 15 ਸਾਲ ਲੱਗ ਗਏ ਮੈਨੂੰ ਇਸ ਚੀਜ਼ ਦਾ ਡਿਸੀਜਨ ਲੈਂਦਿਆਂ ਵੀ ਕਿੱਦਾਂ ਨਿਕਲਣਾ ਅਤੇ ਕਦੋਂ, ਮਤਲਬ ਕੁਛ ਸਮਝ ਨਹੀਂ ਆ ਰਹੀ ਕਿੱਦਾਂ ਨਿਕਲਣਾ ਅਤੇ ਕਦੋਂ ਨਹੀਂ। ਮਤਲਬ ਉਸ ਚੀਜ਼ ਦਾ ਤਾਂ ਹੈ ਹੀ ਨਹੀਂ ਨਾ ਵੀ ਨਿਕਲਣਾ, ਵੀ ਡਿਵੋਰਸ ਮੇਰੇ ਕੋਲ ਮੂੰਹੋਂ ਗਲਤ ਨਿਕਲ ਜਾਂਦਾ ਕਿ ਤਲਾਕ ਦਾ ਇੱਕ ਧੱਬਾ ਜਿਹੜਾ ਉਹ ਬਹੁਤ ਬੁਰਾ ਲੱਗਦਾ, ਬਹੁਤ ਡਰਾਵਣਾ ਹੁੰਦਾ। ਖੈਰ ਉਹ ਸਭ ਚੀਜ਼ਾਂ 'ਤੇ ਗੱਲਾਂ ਹੋ ਗਈਆਂ ਨੇ। ਪਰ ਉਸ ਤੋਂ ਬਾਅਦ ਮੈਂ ਜਿਸ ਤਲਾਸ਼ ਵਿੱਚ ਸੀ ਉਹ ਸੀ ਇੱਜ਼ਤ। ਪਿਆਰ ਬਹੁਤ ਬਾਅਦ ਵਿੱਚ ਆਉਂਦਾ, ਸਭ ਤੋਂ ਪਹਿਲਾਂ ਇੱਜ਼ਤ। ਮੈਂ ਇੱਜ਼ਤ ਦੀ ਤਲਾਸ਼ ਵਿੱਚ ਸੀ ਕਿ ਉਹ ਮਰਦ ਹੋਵੇ ਜਿਹੜਾ ਇੱਜ਼ਤ ਕਰ ਸਕੇ ਔਰਤ ਦੀ। ਜਿੱਥੇ ਇੱਜ਼ਤ ਨਹੀਂ ਆ ਉੱਥੇ ਔਰਤ ਦੀ ਕੋਈ ਕੀਮਤ ਨਹੀਂ ਹੈਗੀ, ਅਤੇ ਜਿੱਥੇ ਇੱਜ਼ਤ ਆਦਮੀ ਔਰਤ ਦੀ ਇੱਜ਼ਤ ਕਰਦਾ ਨਾ, ਸਭ ਚੀਜ਼ਾਂ ਪਿਆਰ ਮੁਹੱਬਤ ਸਭ ਕੁਛ ਆਪਣੇ ਆਪ ਹੀ ਉਹਦੇ ਵਿੱਚ ਆ ਜਾਂਦਾ। ਇਸ ਕਰਕੇ ਮੈਂ ਸਿਰਫ ਇੱਜ਼ਤ ਦੀ ਤਲਾਸ਼ ਸੀ। ਪਿਆਰ ਤਾਂ ਬਿਲਕੁਲ ਮੈਂ ਸੋਚਣ ਵੀ ਨਹੀਂ ਰਹੀ। ਪਰ ਇੱਜ਼ਤ ਦੀ ਵੀ ਤਲਾਸ਼ ਵਿੱਚ ਮਤਲਬ ਦੂਸਰੇ ਲਫ਼ਜ਼ਾਂ ਵਿੱਚ ਮੈਂ ਕਿਉਂ ਦੂਸਰੀ ਵਾਰ ਫਿਰ ਤਲਾਸ਼ ਵਿੱਚ ਸ਼ੁਰੂ ਹੋਈ। ਔਰਤ ਇੰਨੀ ਆਪਣੇ ਆਪ ਨੂੰ ਕਮਜ਼ੋਰ ਸਮਝਦੀ ਹੈ ਨਾ, ਫਾਈਨੈਂਸ਼ਲੀ ਫਿਜ਼ੀਕਲੀ ਹਰ ਤਰ੍ਹਾਂ ਆਪਣੇ ਆਪ ਨੂੰ ਉਹਨੇ ਇੰਨਾ ਕਮਜ਼ੋਰ ਸਮਝ ਰੱਖਿਆ ਕਿ ਉਹਨੂੰ ਇਹ ਲੱਗਦਾ ਕਿ ਉਹਨੂੰ ਇੱਕ ਸਹਾਰੇ ਦੀ ਜ਼ਰੂਰਤ ਆ। ਜਿਵੇਂ ਇੱਕ ਬੁੱਢੀ ਮਾਂ ਹੋ ਜਾਂਦੀ ਆ ਤਾਂ ਉਹਨੂੰ ਇੱਦਾਂ ਲੱਗਦਾ ਕਿ ਮੇਰਾ ਪੁੱਤ ਸਹਾਰਾ ਬਣੂਗਾ। ਇਸੇ ਕਰਕੇ ਤਾਂ ਅਰਦਾਸਾਂ ਕਰ ਕਰਕੇ ਨੱਕ ਰਗੜ ਕੇ ਜਿਨ੍ਹਾਂ ਕੋਲ ਪੁੱਤ ਨਹੀਂ ਹੁੰਦੇ ਉਹ ਪੁੱਤ ਲੈਂਦੀਆਂ ਨੇ। ਕਿਉਂ ਲੈਂਦੀਆਂ? ਕਿ ਉਹ ਸਹਾਰਾ। ਔਰਤ ਤੇ ਅਗਰ ਤੇ ਉਹ ਚਾਹੁੰਦੀ ਆ ਕਿ ਆਦਮੀ ਉਹਦਾ ਸਹਾਰਾ ਬਣੂਗਾ। ਜਿਵੇਂ ਆਦਮੀ ਦੀ ਉਮਰ ਛੋਟੀ ਆ, ਔਰਤ ਦੀ ਵੀ ਇੱਦਾਂ ਹੀ ਛੋਟੀ ਆ। ਔਰਤ ਕੁਛ ਨਹੀਂ ਚਾਹੁੰਦੀ ਆਦਮੀ ਤੋਂ, ਸਿਰਫ ਚਾਹੁੰਦੀ ਆ ਕਿ ਉਹਦੀ ਇੱਜ਼ਤ ਕਰੇ ਉਹ ਆਦਮੀ। ਇਸ ਤੋਂ ਜ਼ਿਆਦਾ ਇੱਜ਼ਤ ਤੋਂ ਬਾਅਦ ਉਹ ਆਪਣੇ ਆਪ ਹੀ ਨਿਸ਼ਾਵਰ ਕਰ ਦੂਗੀ ਆਪਣੇ ਆਪ ਨੂੰ ਤੁਹਾਡੇ ਲਈ। ਉਹ ਕਿ ਔਰਤ ਕੋ ਵੀ ਆਦਮੀ ਤੋਂ ਇਲਾਵਾ ਕੁਛ ਨਹੀਂ ਹੁੰਦਾ। ਉਹ ਤੁਹਾਡੇ ਵੱਲ ਹੀ ਵੇਖਦੀ ਆ, ਆਦਮੀ ਵੱਲ ਹੀ ਵੇਖਦੀ ਆ ਕਿ ਕਿ ਉਹੀ ਉਹਦਾ ਸਾਰਾ ਕੁਛ ਆ, ਉਹਦੇ ਸਹਾਰੇ ਉਹਨੇ ਜ਼ਿੰਦਗੀ ਕੱਟਣੀ ਹੁੰਦੀ ਆ। ਪਰ ਜੇ ਉਹ ਹੱਥ ਚੁੱਕੀ ਜਾਵੇ ਜਾਂ ਕਈ ਤਰ੍ਹਾਂ ਦੀਆਂ ਹੋਰ ਕਈ ਮੁਸ਼ਕਲਾਂ ਆਉਂਦੀਆਂ ਨੇ ਘਰਾਂ ਵਿੱਚ, ਅਤੇ ਆਦਮੀ ਉੱਚੀ ਆਵਾਜ਼ 'ਚ ਉਹਨੂੰ ਬਸ ਹਰ ਟਾਈਮ ਦੱਬਣ ਦੀ ਕੋਸ਼ਿਸ਼ ਕਰੇ ਅਤੇ ਉਹ ਗੱਲਾਂ ਕਾਫੀ ਮੁਸ਼ਕਿਲ ਹੋ ਜਾਂਦੀਆਂ। ਜਦੋਂ ਮੈਂ ਹੋਈ ਤਾਂ ਮੈਨੂੰ ਵੀ ਇੱਦਾਂ ਲੱਗਦਾ ਸੀ ਕਿ ਮੇਰੀ ਫਿਜ਼ੀਕਲ ਨੀਡ ਲਈ
ਮੇਰੀ ਫਾਈਨੈਂਸ਼ੀਅਲੀ ਨੀਡ ਲਈ ਮੈਨੂੰ ਲੱਗਦਾ ਸੀ ਕਿ ਮੈਨੂੰ ਪਾਰਟਨਰ ਦੀ ਜ਼ਰੂਰਤ ਹੈਗੀ ਆ। ਇਸ ਤਰ੍ਹਾਂ ਹੋਇਆ ਕਿ ਮੈਂ ਆਰਾਮ ਨਾਲ ਘਰ ਵੀ ਲੈ ਲਿਆ, ਅਪਾਰਟਮੈਂਟ ਆਪਣਾ ਰੈਂਟ ਆਪੇ ਅਫੋਰਡ ਕਰ ਰਹੀ ਹੈ, ਨਹੀਂ ਕਿ ਕੋਈ ਦੂਸਰਾ ਇਨਸਾਨ ਕਰ ਰਿਹਾ ਸੀ ਮੇਰੇ ਲਈ ਜਾਂ ਕੁਛ ਆ। ਮੈਂ ਕਮਾਈ ਕਰ ਰਹੀ ਸੀ ਅਤੇ ਆਪਣਾ ਕਿਰਾਏ ਲਈ ਮਤਲਬ ਉਸ ਟਾਈਮ ਉਸ ਸੰਤਾ ਕਲਾਰਾ ਵਿੱਚ 1 ਬੈਡਰੂਮ ਅਪਾਰਟਮੈਂਟ ਦਾ ਕਿਰਾਇਆ ਮੇਰਾ ਖਿਆਲ 850 ਹੀ। ਉਹ ਮੈਂ ਅਫੋਰਡ ਕਰ ਰਹੀ ਸੀ ਕਿਉਂਕਿ ਮੈਂ ਹੋ ਰਹੀ ਸੀ ਮਤਲਬ ਕਿ 12 ਆਵਰ ਸ਼ਿਫਟ ਕੰਪਨੀ, ਇਲੈਕਟ੍ਰੋਨਿਕ ਕੰਪਨੀ ਵਿੱਚ ਮੈਂ ਉਸ ਟਾਈਮ ਮੇਰੀ ਜੋਬ ਸੀ ਕਰ ਰਹੀ। ਪਰ ਮੇਰਾ ਨਾ ਸਿਰ ਦਰਦ ਬਹੁਤ ਹੁੰਦਾ ਸੀ ਕਿਉਂਕਿ ਉਹ ਸੋਚਾਂ ਮੈਂ ਹੀ ਖੁਦ ਆਪਣੇ ਦਿਮਾਗ ਦੇ ਵਿੱਚ ਪਾਈਆਂ ਸੀ ਅਤੇ ਉਹ ਮਾਈਗ੍ਰੇਨ ਦਾ ਇੱਕ ਰੂਪ ਲੈ ਚੁੱਕੀਆਂ ਸੀ ਅਤੇ ਇੰਨਾ ਜ਼ਿਆਦਾ ਸਿਰ ਪੀੜ ਹੁੰਦਾ ਸੀ ਕਿ ਇਹ ਨਹੀਂ ਮੈਂ ਕੰਮ ਤੋਂ ਛੁੱਟੀ ਕਰਦੀ, ਕੰਮ ਵੀ ਕਰਦੀ ਸੀ, ਗੋਲੀ ਵੀ ਖਾਈ ਜਾਣੀ ਸਿਰ ਪੀੜ ਲਈ, ਕੋਈ ਵੀ ਜਿਹੜੀ ਵੀ ਓਵਰ ਦਾ ਕਾਊਂਟਰ ਕੁਛ, ਅਤੇ ਕੰਮ 'ਤੇ ਵੀ ਤੁਰੀ ਜਾਣਾ। ਜਦੋਂ ਘਰ ਹੋਣਾ ਤਾਂ ਬਹੁਤ ਜ਼ਿਆਦਾ, ਅਤੇ ਮੈਨੂੰ ਇੱਦਾਂ ਮੈਂ ਉੱਠੀ ਮਤਲਬ ਕਿ ਜਿਵੇਂ ਮੈਂ ਰਾਤ ਨੂੰ ਜੋਬ ਕਰਦੀ ਅਤੇ ਬਾਕੀ ਦਿਨ ਜਿਹੜੇ ਹੁੰਦੇ ਉਦੋਂ ਵੀ ਰਾਤ ਨੂੰ ਨਹੀਂ ਸੌਂ ਪਾਉਂਦੀ ਹਾਂ ਕਿਉਂਕਿ ਨਾਈਟ ਸ਼ਿਫਟ ਹੋਣ ਕਰਕੇ ਦੂਸਰੇ 4 ਦਿਨ। ਅਤੇ ਮੇਰੇ ਦਿਮਾਗ ਦੇ ਵਿੱਚ ਆਉਣਾ ਕਿ ਜੇ ਮੈਂ ਕੰਮ ਤੋਂ ਮੇਰੀ ਛੁੱਟੀ ਹੋ ਜੇ ਜਾਂ ਜਿਵੇਂ ਮੇਰੀ ਤਕਲੀਫ ਜਾਂ ਸਿਰ ਪੀੜ ਹੋਣ ਡਈ ਆ ਅਤੇ ਮੈਂ ਕਿਸੇ ਨੂੰ ਦੱਸਣਾ ਜਾਂ ਮੈਨੂੰ ਕਿਤੇ ਮੇਰਾ ਰੈਂਟ ਬਾਈ ਚਾਂਸ ਰੁਕ ਜੇ ਅਤੇ ਮੈਂ ਕੀ ਕਰਾਂ। ਇਸ ਚੀਜ਼ ਆਈ ਅਤੇ ਮੇਰੇ ਕੋਲ ਉਸ ਟਾਈਮ ਲੈਪਟਾਪ ਨਹੀਂ ਸੀ, ਉਸ ਟਾਈਮ ਮੇਰੇ ਕੋਲ ਡੈਸਕ ਕੰਪਿਊਟਰ ਸੀ। ਮੈਂ ਉੱਠੀ, ਉੱਥੇ ਮੈਂ ਇੱਕ ਕੋਨੇ 'ਚ ਇੱਕ ਮੇਜ਼ ਦੇ ਉੱਪਰ ਲਾਇਆ ਹੁੰਦਾ ਸੀ, ਇੱਕ ਚੇਅਰ ਰੱਖੀ ਹੁੰਦੀ ਬੜੀ ਆਰਾਮਦਾਇਕ, ਅਤੇ ਨਾਲ ਹੀ ਉਸੇ ਰੂਮ 'ਚ ਮੇਰਾ ਬੈੱਡ ਹੁੰਦਾ। ਉੱਠ ਕੇ ਉੱਥੇ ਬਹਿ ਗਈ ਅਤੇ ਮੈਂ sikhnet.com ਦੀ ਸਰਚ ਕੀਤੀ ਕਿ ਸ਼ਾਦੀ ਵਾਲੀ। ਉਹ 'ਚ ਮੈਂ ਇੱਕ ਆਪਣੀ ਪ੍ਰੋਫਾਈਲ ਬਣਾਈ ਖੁਸ਼ਬੂ ਦੇ ਨਾਂ 'ਤੇ, ਦੱਸਿਆ ਕਿ ਮੈਂ ਵੈਜੀਟੇਰੀਅਨ ਹਾਂ, ਮੈਂ ਡਿਵੋਰਸ ਲੇਡੀ ਹਾਂ, ਮੈਂ ਸਾਰਾ ਕੁਛ ਸੱਚ ਦੱਸਿਆ ਕਿ ਮੇਰੇ ਕੋਲ ਕੋਈ ਕਿਡ ਨਹੀਂ ਆ ਅਤੇ ਹੋ ਵੀ ਪੋਸੀਬਲ ਵੀ ਨਹੀਂ ਆ ਕਿ ਹੋਣ ਦਾ, ਅਤੇ ਸਾਰਾ ਕੁਛ ਆਪਣਾ ਮਤਲਬ ਹਰ ਚੀਜ਼ ਮੈਂ ਆਪਣੀ ਸੱਚ ਦੱਸੀ। ਮੇਰੀ ਜ਼ਿੰਦਗੀ ਇਸੇ ਬੇਸ 'ਤੇ ਆ, ਚਾਹੇ ਮੇਰੇ ਤਾਂ ਕੋਈ ਗੁੱਸਾ ਕਰੇ ਜਾਂ ਕੁਛ ਕਰੇ। ਕਦੀ ਮੈਨੂੰ ਲੱਗਦਾ ਕਿ ਮੈਨੂੰ ਇਸ ਸਮਾਜ ਨੇ ਇੱਦਾਂ ਬਣਾਇਆ ਕਿ ਮੈਂ ਇੱਦਾਂ ਨਹੀਂ ਸੀ। ਕਦੀ ਲੱਗਦਾ ਕਿ ਖੈਰ ਰੱਬ ਨੇ ਇਹ ਮੇਰੇ ਲਈ ਰਸਤਾ ਚੁਣਿਆ ਜਾਂ ਜੋ ਵੀ ਚੁਣਿਆ, ਮੈਨੂੰ ਪਤਾ ਨਹੀਂ। ਪਰ ਮੈਂ ਜਿਹੜੀ ਡਰੀ ਸੀ ਉਸ ਟਾਈਮ ਇਸੇ ਕਰਕੇ ਡਰੀ ਕਿ ਮੇਰੀ ਜੇ ਬਾਈ ਚਾਂਸ ਕੁਛ ਹੋਵੇ ਤਾਂ ਮੇਰਾ ਰੈਂਟ ਮੈਂ ਕਿਵੇਂ ਕਰੂੰਗੀ ਇਕੱਲੀ। ਇਸ ਚੀਜ਼ ਨੂੰ ਲੈ ਕੇ ਇਹ ਗਲਤ ਸੋਚੀ। ਦੂਸਰਾ ਮੈਂ ਸੋਚਦੀ ਹਾਂ ਕਿ ਜੋ ਆਦਮੀ ਹੋਵੇ ਉਹ ਇੱਜ਼ਤ, ਸਿਰਫ ਇੱਜ਼ਤ ਅਤੇ ਇੱਜ਼ਤ ਕਰੇ। ਕਿਉਂ ਕਿ ਜਦੋਂ ਜਿਹੜਾ ਤੁਸੀਂ ਵਿਆਹ ਪਹਿਲੋਂ ਕਰਾਉਂਦੇ ਜੇ ਉਹਦੇ ਵਿੱਚ ਬਹੁਤ ਚਾਅ ਮਲਾਰ ਆਲਰੇਡੀ ਇਹ ਚੀਜ਼ਾਂ ਨੂੰ ਤੁਸੀਂ ਆਪਣੇ ਪਹਿਲੀ ਵਾਰ ਜਦੋਂ ਆਪਣੇ ਪੇਕਾ ਘਰ ਛੱਡਦੇ ਜੇ ਅਤੇ ਉਹ ਸਾਰੀਆਂ ਚੀਜ਼ਾਂ ਚਾਵਾਂ ਦੀਆਂ, ਰੀਝਾਂ ਦੀਆਂ, ਸਹੁਰਿਆਂ ਦੇ ਪਿਆਰ ਦੀਆਂ, ਪੇਕਿਆਂ ਦੇ ਪਿਆਰ ਦੀਆਂ, ਉਹ ਸਭ ਚੀਜ਼ਾਂ ਤੋਂ ਇਕੱਠੀਆਂ ਉਸ ਟਾਈਮ ਕੀਤੀਆਂ ਹੁੰਦੀਆਂ। ਉਹ ਕੁੜੀ ਜਦੋਂ ਚੱਲਦੀ ਆਪਣੇ ਘਰੋਂ ਉਹ ਚੀਜ਼ਾਂ ਹੋ ਚੁੱਕੀਆਂ ਹੁੰਦੀਆਂ। ਸ਼ਾਦੀ ਜ਼ਿੰਦਗੀ 'ਚ ਸਿਰਫ ਇੱਕ ਵਾਰ ਹੁੰਦੀ। ਇਹ ਖਿਡੌਣਾ ਨਹੀਂ ਹੈਗਾ ਕਿ ਸ਼ਾਦੀ ਬਾਰ-ਬਾਰ ਹੋਈ ਜਾਊਗੀ ਅਤੇ ਉਸੇ ਚਾਅ ਮਲਾਰ ਦੇ ਨਾਲ ਤੁਸੀਂ ਉਹ ਜ਼ਿੰਦਗੀ ਨੂੰ ਸ਼ੁਰੂ ਕਰੋਗੇ। ਨਹੀਂ, ਇੱਦਾਂ ਨਹੀਂ ਹੁੰਦਾ। ਸ਼ਾਦੀ ਇੱਕ ਵਾਰੀ ਹੁੰਦੀ ਆ, ਪੇਰੈਂਟਸ ਇੱਕ ਵਾਰੀ ਮਿਲਦੇ ਆ, ਸਹੁਰੇ ਇੱਕ ਵਾਰੀ ਮਿਲਦੇ ਆ, ਉਹ ਸਾਰੇ ਚਾਅ ਮਲਾਰ ਤੁਸੀਂ ਸਾਰੇ ਇੱਕ ਵਾਰੀ ਇਕੱਠੇ ਕਰਦੇ ਜੇ ਅਤੇ ਇਕੱਠਾ ਪੂਰਾ ਟੋਕਰਾ ਲੱਦ ਕੇ ਤੁਸੀਂ ਅਗਲੇ ਘਰ ਜਾਂਦੇ ਜੇ ਅਤੇ ਅਗਲੇ ਘਰ ਤੁਸੀਂ ਪਾਣੀ ਅਜੇ ਸੁੱਟੋ, ਮਜ਼ਾਕ ਕਰੋ ਅਤੇ ਅੱਗੋਂ ਤੁਹਾਡੇ ਲਈ ਸ਼ੁਰੂ ਹੋ ਜਾਣ ਵਾਰ ਹੈ ਨਾ। ਅਤੇ ਜ਼ਿੰਦਗੀ ਫਿਰ ਵੀ ਤੁਸੀਂ ਕੱਟਦੇ ਜੇ, ਤੁਸੀਂ ਕਹਿੰਦੇ ਜੇ ਤਲਾਕ ਕਰਦੇ ਜੇ ਅਤੇ ਤੁਹਾਡੇ ਪੇਰੈਂਟਸ ਦੀ ਇੱਜ਼ਤ ਨਹੀਂ ਬਚੂਗੀ, ਤੁਹਾਡੀ ਖੁਦ ਦੀ ਇੱਜ਼ਤ ਨਹੀਂ ਹੋਊਗੀ, ਇਹ ਚੀਜ਼ਾਂ ਨੂੰ ਲੈ ਕੇ। ਇਸ ਕਰਕੇ ਜੋ ਦੂਸਰੀ ਵਾਰ ਹੁੰਦੇ ਆ ਉਹ ਸਮਝੌਤੇ ਹੁੰਦੇ ਆ, ਉਹ ਸ਼ਾਦੀ ਨਹੀਂ ਹੁੰਦੀ, ਸਮਝੌਤੇ ਹੁੰਦੇ ਆ। ਔਰਤ ਨੂੰ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਇੱਕ ਚੰਗੀ ਬੇਟੀ ਬਣਨ ਲਈ, ਬਹੁਤ ਸਾਰਾ ਸੰਘਰਸ਼ ਕਰਨਾ ਪੈਂਦਾ ਇੱਕ ਚੰਗੀ ਨੂੰਹ ਬਣਨ ਲਈ, ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਇੱਕ ਚੰਗੀ ਵਾਈਫ ਬਣਨ ਲਈ। ਮੈਂ ਬਹੁਤ ਜ਼ਿਆਦਾ ਆਪਣੇ ਪੇਰੈਂਟਸ ਘਰ ਵੀ ਬਹੁਤ ਜ਼ਿਆਦਾ ਸੰਘਰਸ਼ ਕੀਤਾ ਅਤੇ ਮੈਂ ਇੱਕ ਠੋਕ ਕੇ ਕਹਿ ਸਕਦੀ ਹਾਂ ਕਿ ਮੈਂ ਬਹੁਤ ਚੰਗੀ ਬੇਟੀ ਹਾਂ, ਮੈਂ ਬਹੁਤ ਚੰਗੀ ਭੈਣ ਸਾਂ। ਮੈਨੂੰ ਇਸ ਚੀਜ਼ ਦੇ ਕੋਈ ਇਹਦੇ ਮੇਰੇ ਇਸ ਲਿਖੇ ਹੋਏ ਵਰਕੇ 'ਤੇ 2 ਮੇਰੀਆਂ ਲਾਈਨਾਂ ਲਿਖੀਆਂ ਹੋਣੀਆਂ ਕਿ ਮੈਂ ਇੱਕ ਬਹੁਤ ਚੰਗੀ ਧੀ ਸਾਂ
बहुत चंगी भैन सां, मेरे वर्गे विच कोई सिलवट नहीं पैंदी, सीधी आ। मैं पूरी दुनिया नूं दस सकदी हां कि मैं बहुत चंगी बेटी हाँ। वो सब चीज़ां लैके मैं उत्थे गई, पर उत्थे मैं मूँह दे मूँह डिग्गी हाँ। उत्थे मूँह दे मूँह डिग्गी हाँ, और वो ना मैं चंगी समाज दे विच नौं बन सकी, ना मैं चंगी। किन्ने संघर्ष किया, किन्ना संघर्ष किया, जे अगले नहीं किसी ने मैनू चंगी पत्नी भी बन दिता। खैर बैठी हुई अपने अपार्टमेंट विच, सोच आई कि किसी की जरूरत हैगी, फिजिकली भी जरूरत है, फाइनैंशली भी जरूरत हैगी। उठी, वो ये नहीं कि वो चावां मल्हारां वाली जरूरत हैगी आ, जगह सो एक जी होंगी चाह मल्हार होंगे आ, उत्थे जरूरत नहीं होंगी। उत्थे मल्लो मल्ली वो चीज़ां तुहाडे रस्ते च आउंदियां ते तुसीं अगले दे पैरां दे विच नछावर करदे। पर जो दूसरी बार तुसीं ये चीज़ां नूं इकट्ठियां करना हुंदा वा, तो उदों सिर्फ एक ये लोड़ां ते समझौते रह जांदे आ। बहुत संघर्ष करना पैंदा औरत नूं अपनी जिंदगी विच। मैनूं ये दूसरी शादी विच भी बहुत ज़्यादा संघर्ष बहुत करना पिया, एंड तक भी। वो संघर्ष करने तो बाद अज मेरा प्यार का बूटा चंगी तरह खिड़ चुका। अज उस इज्जत तो बाद जिन्हों प्यार या मुहब्बत कहते हो, अज मैं थोड़ा लंबा डीप साह लैनी हाँ, तो किन्नियां ठीक है। संघर्ष का मुल मुड़िया, पर मैनू दूसरी टाइम भी मेरी जिंदगी बहुत ज़्यादा वड्डे संघर्ष चों निकली। मैं फिर shaadi.com जदों कीता, अपनी ऐड पाई, जिवें तुहानूं मैं दस्सिया ना खुशबू रखिया, घर विच उदों लैंडलाइन फोन, तो मैं वो फोन नंबर भी मतलब जे कोई पुछ पहलों ईमेल आउंदी ही तो उस तो बाद मैं दे दिंदी ही। मैं सोचदी ये थोड़ा मैं ऐड पाई तो सिर्फ जसपाल आया, कई मतलब कई बहुत सारे लोगों के जवाब आउंदे आ। तो एक रात जिवें जसपाल ने दस्सिया कि रात नूं मिडनाइट बैठ रहे, तो उन्हें मेरी जवाब दिता मैनूं जसपाल ने। तो मेरी तो फोटो उत्थे पई हुई, पर मैनूं लगदा जसपाल दी नहीं। तो मैं कहा मैनूं फोटो भेजो, पर वो मैनूं फोटो कोई मैंने नहीं रखदी। पर अजे मेरी गल नहीं हुई जिन्ना चिर, तो उन्ना चिर मैं वेखना चाहुंदी कि कोई मजाक ही ना होवे कि कोई तुहाडे हना कौन आ कौन नहीं तुहानूं पता नहीं हुंदा। तो इस करके तुसीं एक पिक्चर अपने मन च बनानी होंदी भी कौन अगे जिन्ना तुसीं गल करनी है, तो कौन कर रहा। बहुत सारे लोगों के जवाब आए ही, पर मेरी तलाश फिर वो इज्जत दी। और दूसरा मेरा एक प्रोजेक्ट अधूरा ही कि 15 साल मैं वो चीज़ की भी, तो मैं अपने किसे ਲਈ कुछ नहीं कर सकी जिन्हों ने मेरे लिए जान नशावर की। मेरे अपने ने है ना इन्ना पैसा वहाया मेरे ते, मेरी पढ़ाई ते, मैनू अमरीका तक पहुँचाने तक इन्ना पैसा वहाया कि मैं दस्सिया ना मैं चंगी बेटी हाँ। वो चीज़ मेरे दिमाग च ही, कोई मेरे दिल में प्यार नहीं सी, कोई मेरे दिल में आदमी की लुक नहीं सी, कोई मेरे दिल में इहो जिहियां चीज़ां नहीं सी उस टाइम भज रही। मैनू जिहड़ा एक इज्जत ते एक मेरा अपना जिहड़ा कम रहिंदा अधूरा उहनूं करना। जसपाल दी आई तो उन्हां गल दो थोड़ी होई, पर इमीडिएटली जिवें कॉल साडी फोन नंबर साडा ट्रांसफर हो कर लिया, एक दूजे ने एक्सचेंज कर लिया। तो होया उस तो पहले होर भी बहुत सारे लोग ही, बहुत सारे आदमी के उन्हां दियां मतलब कि डिवोर्स होए आ, बच्चे आ उन्हां दे जां कुछ आ। मैं इस तरह की तलाशी भी मैं कोई ऐसा आदमी नहीं लभना जेड़ा जिवें मतलब कि जां मैं इंडिया जाके भी कर सकदी हाँ ये चीज़ां करनियां हुंदियां ते भी जिवें मैनू बच्चे की प्रॉब्लम आवे, बच्चा ना होवे ते मैनू फिर 15 साल तो बाद कोई मैनू है ना किक आउट कर दे, ये भी मेरे ध्यान में सी। दूसरे लभदे तुसीं कदों ये सब चीज़ां मेरे ध्यान में सी, मतलब ये समझौता ही। फिर जसपाल दे नाल गल होई ते जसपाल ने फोन के उत्ते मेरे नाल गल की। मैं जितों तक रिकॉल करन दी इन्हां चीज़ां नूं कोशिश करन रही हैगी कि अज की गल तो है नहीं है ना, काफ़ी एक अरसा बीत गया एक सदी बीत गई है इस रिश्ते नूं भी हुण ते करन रही हाँ। तो फोन के उत्ते ते मैनू दुआबे दी बोली बहुत प्यारी लगी, उसकी शक्ल वेखण तो पहलों ही मैनू बोली मतलब मैनू बोली विच मिठास लगी। और उपर जसपाल ने दस्सिया कि उसकी वाइफ इदा
मतलब कि वो कैंसर ना है ना होए पूरे। तो ये भी एक दुख वाली गल ही। दूसरा उन्होंने दस्सिया कि अपने बेटे ने 2 तो वह भी कोई मैनू ये नहीं है कि मैनू ना होया तो फिर 15 साल बेटे अगला जिहदे कोल बच्चे हुंदे वो चाहुंदा भी नहीं आ कि दूसरी औरत जिहड़ी मिले उहदे अपने बच्चे होण, जां अगला आदमी कोई भी आदमी इस धरती ते नहीं चाहुंदा कि उहदे अपने जदों होण उहनूं वो चीज़ की फीलिंग नहीं आ सकती है ना। तो इस करके चाहुंदा भी नहीं तो उत्थे वो झंझट भी नहीं आ। मैं इन्हां चीज़ां नूं वेखदी हाँ भी जिहदे अपने भी बच्चे होण तो मैनू ना कोई है ना मुश्किल देवे। तो वो इस तरह दा ही सी सारा कुछ। तो उस तो बाद हाँ मैं दस्सिया कि मैनू दुआबे की बोली चंगी मिठी लगी जो फोन ते 2-4 बार गल की। जसपाल ने कहा कि मिलना वा तो मैं पहलों जाके बाहर ही मिली हाँ, अपने घर नहीं सद्या। यूनियन सिटी एक पिज़्ज़ा वा उत्थे जसपाल ने मैनू कहा ही आउण लई है ना। तो मैं गई हाँ उत्थे मिलन, पर जसपाल ने मैनू पहली लुक च ही मैनू पसंद मतलब कि पहली वो जसपाल 22 सालों तो इको ही लफ्ज़ कह रहा कि मैनू पहले मिलन ते ही एकदम मैनू उन्हें पसंद कर लिया। उन्होंने मैं सोहनी लगी, भावें सोहनी या नहीं सोहनी पर उन्होंने मैं बहुत ज़्यादा सोहनी लगी वो हिसाब नाल। तो उन्हें 22 सालों यो ही एक कहा तो मतलब कि झूठ नहीं बोल रहा सच बोल रहा है ना, नहीं तो वो दूसरी बार कोई होर गल हो सकती ही। मैनू जसपाल बिल्कुल सोहना नहीं लगा, ना मेरे दिल में कोई प्यार आया वा। मैं मिली हाँ, मैं अपना दस्सिया कि मैं इदा 15 साल ठेठे खाधे है गया तो एकदम हुण मैं खाली हो के बैठी हाँ। तो एक तो मैं अपने भरा नूं तो जनानी नूं लैके आउणा वा। मैं अपनी मम्मी नूं ते आपे सद लैनी हुंदी हाँ कि ऑलरेडी मैं सिटीजन सां, पटीशन करदे हाँ करदी हाँ। मेरी मदद नाल टीचर ही वो चाहुंदे ही अपनी रिटायरमेंट लैण तो बाद ही आउण तो मैं उन्हां नूं तां जदों मर्जी मतलब वो आए भी होए ही उन्हां दिनां विच, उस तो बाद आए ही भी उत्थे मतलब मेरे को आउंदे रहिंदे ही पहलों तो काफ़ी चिर तो पहलों भी आ जाते ही तो चले जाते ही, कोई 1 महीना स्टे करना या 2 वीक या 3 वीक। तो मैं क्या मेरा ये काम हैगा। तो जसपाल ने कहा कि ओके मैं हमेशा तेरे नाल खड़ा वां ते मैं सब तेरी मतलब कि मदद करूँगा। तो ना मैं जिवें तुहानूं दस्सिया ना मैं उहदी लुक वेखी आ। अज मैं महसूस करदी हाँ कि मेरा हसबैंड बहुत दुनिया का सब तो हैंडसम आदमी हैगा वा, पर उस टाइम मेरे दिल में कुछ ना प्यार सी ना मेरे दिल में उहदी लुक ही, ना मैनू वो सोहना ही नहीं लगा, ना मैनू ये सी। मेरे लिए एक समझौता ही उस टाइम भी उस शादी दे नाल समझौता इस तरह नहीं कि थोड़े जे समय का समझौता ही, पूरी जिंदगी का समझौता ही। इस करके मैं गल कर रही हाँ कि मेरे को होर ठेडे नहीं खाए जाने, मतलब कि वही इंसान आवे जिहड़ा मेरी इज्जत करदा होवे और मैं सारा कुछ दस रही हाँ। तो मेरे को हुण मेरे को नहीं कैपेसिटी हैगी इन्हां चीज़ां दी। पर जसपाल ने ये चीज़ां सारियां जल्दी मतलब कर लियां। फोन किया तो उन्हें कहा कि फैमिली भी है ना भी मिलूगी तेनों तो सारे जाने मतलब मिलणगे। फिर जसपाल घर आया तो बच्चे भी आए, उन्होंने बड़ा प्यार किया, जफ्फियां पाउण डया मैनू तो अपने बाप की चेनी ला के मेरे गले च पाउण डया तो उन्होंने बहुत ज़्यादा प्यार दिता, बहुत जदों उत्थे आए घर मिलन। तो मैनू भी लगा कि एक ठंडी ठंडी हवा आउण लग पई, मेरे दिल तक पहुँचन लग पई। लगा कि बहुत इज्जत और प्यार मिल रहा वा। वो सिख नैट का है ना काफ़ी क्लीयर हो गया कि उतों मैं जसपाल नूं लब्भा वा। तो जसपाल फिर 2-3 मतलब घर आ जाता है मेरे को है ना घर। तो बच्चों ना आए उधर मैं खाना बनाया, पनीर बनाया, अज तक ज़्यादा बहुत सारा लून पाता, सारे हस्से है ना मतलब कि किन्ना पाता है ना लून, इहो जिहियां गप्पां शप्पां मारदे रहे। उस टाइम मेरी मदर नहीं, बाद में वो आउंदे आ, उदों मैं कल्ली हाँ जदों इदां कीता है सब कुछ। फिर जसपाल ने कहा कि ओके मैं भी वेखना चाहती ही है ना भी आपे ही जसपाल ने कहा कि तो मेरी भी इच्छा सी भी मैं वेखूँगी तो मैं एक दिन चलेगी उन्होंने दे घर। मैं खैर दिन सी तो मैं ना गई उत्थे घर। जसपाल ने मैनू घर का एड्रैस देता, मैं पहुँची घर जाके डोर खड़े तो मैं जानदी तो अज तक मैनू उन्होंने जसपाल दे फादर दियाँ अखां पूरियां प्यार नाल भरियां होईयां, पूरा मतलब कि बहुत चंगे इंसान, बहुत चंगियां सोचां वाले और इज्जत वाले, मतलब इज्जत औरत की इज्जत करने वाला
ਇਨਸਾਨ, ਉਹਨਾਂ ਦੇ ਡੈਡੀ ਉਹ ਸਾਹਮਣੇ ਬੈਠੇ ਸੀ। ਅਤੇ ਮੈਂ ਸਭ ਤੋਂ ਪਹਿਲਾਂ ਜਾਂਦਿਆਂ ਗੱਲ ਕੀਤੀ ਕਿ ਮੈਂ ਜਦੋਂ ਆ ਰਹੀ ਸੀ ਤੁਹਾਡੇ ਘਰ ਅਤੇ ਮੈਨੂੰ ਘਰ ਭੁੱਲ ਗਿਆ, ਅਤੇ ਮੈਨੂੰ ਅੱਜ ਉਹ ਚਲੇ ਵੀ ਗਏ ਦੁਨੀਆ 'ਤੇ, ਅਤੇ ਅੱਜ ਵੀ ਮੈਂ ਕਈ ਵਾਰ ਇਕੱਲੀ ਵੀ ਬੈਠੀ, ਮੈਂ ਨਾ ਉਹਨਾਂ ਦੇ ਸੰਸਕਾਰ 'ਤੇ ਗਈ ਹਾਂ ਨਾ ਹੋ ਰਿਹਾ। ਅੱਗੋਂ ਚੱਲਦੀ ਜਾਊਗੀ ਸਟੋਰੀ, ਤੁਹਾਨੂੰ ਪਤਾ ਲੱਗ ਜੂ ਇਹ ਸਭ ਕੁਛ ਕਿਉਂ ਹੋਇਆ। ਅਤੇ ਅੱਜ ਵੀ ਮੈਂ ਕਈ ਵਾਰ ਉਹਨਾਂ ਨਾਲ, ਜਸਪਾਲ ਦੇ ਫਾਦਰ ਨਾਲ, ਕਈ ਵਾਰ ਮੇਰੀ ਇਮੈਜੀਨੇਸ਼ਨ ਵਿੱਚ ਬਹੁਤ ਵਾਰੀ ਗੱਲਾਂ ਹੁੰਦੀਆਂ ਨੇ। ਉਹ ਇੱਕ ਬਹੁਤ ਹੀ ਚੰਗੀ ਰੂਹ ਸਨ। ਉਹ ਸਾਹਮਣੇ ਬੈਠੇ ਆ ਅਤੇ ਉਹਨਾਂ ਨੇ ਮਜ਼ਾਕ ਕੀਤਾ ਮੈਨੂੰ, ਇੱਕ ਗਾਣਾ ਹੀ ਕਹਿੰਦੇ ਹੈਗਾ, ਮਿੱਤਰਾ ਛੀਟੀ ਮਾਰ ਮਿੱਤਰਾ ਚਬਾਰਾ ਤੇਰਾ ਭੁੱਲ ਗਈਆਂ। ਮੈਂ ਜਦੋਂ ਮੇਰੀ ਇਸ ਗੱਲ 'ਤੇ ਬਹੁਤ ਹੱਸੇ, ਜਿਵੇਂ ਮੈਨੂੰ ਉਹਨਾਂ ਦੀ ਦੁਆਬੇ ਦੀ ਬੋਲੀ ਪਸੰਦ ਸੀ, ਉਹਨਾਂ ਨੂੰ ਵੀ ਇੱਦਾਂ ਮੇਰੀ ਗੱਲ 'ਤੇ ਹਾਸਾ ਆਇਆ ਹੋਊਗਾ। ਮੈਂ ਕਿਹਾ ਮੈਨੂੰ ਤੁਹਾਡਾ ਘਰ ਨਹੀਂ ਲੱਭਣ ਡਿਆ ਸੀ, ਹੈ ਨਾ। ਮੈਂ ਜਾਂਦੇ ਹੀ ਘਰ ਵੜਦੇ ਹੀ ਇਹ ਕਿਹਾ, ਮੈਨੂੰ ਬਹੁਤ ਘੰਟਾ ਮੈਂ ਭੁੱਲਦੀ ਰਹੀ, ਮਤਲਬ ਕਿ ਆਲੇ ਦੁਆਲੇ ਲੱਭਦੀ ਰਹੀ। ਉਦੋਂ ਤੁਹਾਨੂੰ ਪਤਾ ਕੋਈ ਇਹ ਤਾਂ ਹੈ ਨਹੀਂ ਸੀ, ਮਤਲਬ ਕਿ ਹੋਣ ਵਾਲੀ ਟੈਕਨੋਲੋਜੀ ਨਹੀਂ ਸੀ 22 ਸਾਲ ਪਹਿਲਾਂ। ਅਤੇ ਮੈਂ ਕਿਹਾ ਲਾ ਦਿਓ, ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਗਾਣਾ ਗਾਇਆ ਵੀ ਹਾਂ ਮਿੱਤਰਾ ਲੰਬੀ ਸੀਟੀ ਮਾਰ ਮਿੱਤਰਾ ਚਬਾਰਾ ਤੇਰਾ ਭੁੱਲ ਗਈਆਂ। ਅਤੇ ਮੈਨੂੰ ਬਹੁਤ ਪਿਆਰਾ ਇਨਸਾਨ ਲੱਗੇ ਉਹਨਾਂ ਦੇ ਫਾਦਰ, ਉੱਥੇ ਬੈਠੇ ਸੀ। ਦੂਸਰੀ ਗੱਲ ਉਹਨਾਂ ਨੇ ਇਹ ਕਹੀ ਸੀ ਕਿ ਤੁਸੀਂ ਦੋਵੇਂ ਰੂਹਾਂ ਦੁਖੀ, ਜਸਪਾਲ ਨੇ ਮੈਨੂੰ ਦੱਸਿਆ ਤੇਰੇ ਬਾਰੇ, ਤੁਸੀਂ ਦੋਵੇਂ ਦੁਖੀ ਰੂਹਾਂ ਵਾਂ, ਅਤੇ ਦੋਵਾਂ ਦਾ ਮਿਲਣਾ ਤੁਹਾਡਾ ਇੱਕ ਰਿਸ਼ਤਾ ਸਮੂਥ ਔਰ ਪਿਆਰ ਵਾਲਾ ਬਣੂਗਾ। ਔਰ ਉਹਨਾਂ ਦੀ ਬਹੁਤ ਪੋਜ਼ੀਟਿਵ ਆਇਆ ਮੈਨੂੰ ਜਵਾਬ, ਅਤੇ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਾ, ਬੜਾ ਸਕੂਨ ਜਿਹਾ ਮਿਲ ਗਿਆ। ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਇੱਜ਼ਤ ਦੀ ਤਲਾਸ਼ ਹਾਂ, ਅਤੇ ਇੱਦਾਂ ਲੱਗਾ ਕਿ ਇੱਜ਼ਤ ਕਾਫੀ ਮਿਲ ਗਈ ਆ। ਅਤੇ ਤੁਹਾਨੂੰ ਮਜ਼ੇ ਦੀ ਗੱਲ ਦੱਸਦੀ ਕਿ ਜਸਪਾਲ ਦੀ ਜਿਹੜੀ ਭਾਬੀ ਸੀ, ਮੈਂ ਜਦੋਂ ਅੱਗੇ ਵੀ ਪਿਛਲੇ ਟੌਪਿਕ ਵਿੱਚ ਵੀ ਉਹਦੇ ਨਾਲ ਹੀ ਕਨੈਕਟਡ ਹੋਈ ਹਾਂ। ਜਿਵੇਂ ਜਸਪਾਲ ਨੇ ਵੀ ਦੱਸਿਆ ਆਪਣੀ ਚੀਜ਼ ਵਿੱਚ ਕਿ ਉਹ ਚੀਜ਼ਾਂ ਜਿਹੜੀਆਂ ਤੁਹਾਡੀ ਜ਼ਿੰਦਗੀ ਵਿੱਚ ਆਉਂਦੀਆਂ ਨਾ, ਉਹ ਕਿਤੇ ਨਾ ਕਿਤੇ ਤੁਹਾਨੂੰ, ਜਿਹੜੀਆਂ ਤੁਹਾਡੇ ਫਿਊਚਰ ਵਿੱਚ ਚੀਜ਼ਾਂ ਆਉਂਦੀਆਂ, ਉਹ ਕਿਤੇ ਨਾ ਕਿਤੇ ਪਾਸਟ ਦੇ ਵਿੱਚ ਰਿਲੇਟ ਹੁੰਦੀਆਂ ਨੇ। ਆਲੇ ਦੁਆਲੇ ਤੁਸੀਂ ਕਿਤੇ ਨਾ ਕਿਤੇ ਇੱਕ ਦੂਸਰੇ ਦੇ ਘੁੰਮਦੇ ਰਹਿੰਦੇ ਹੋ। ਅਤੇ ਜਿਵੇਂ ਮੈਂ ਦੱਸਿਆ ਮੈਂ ਫਾਰਮੇਸੀ ਦਾ ਕੋਰਸ ਕਰਦੀ ਹਾਂ, ਅਤੇ ਮੈਂ ਸੀਗੇਟ 'ਚ ਸਿਕਿਉਰਿਟੀ ਜੋਬ ਦੀ ਕਰਦੀ ਹਾਂ, ਅਤੇ ਮੈਂ ਬੈਠਦੀ ਹਾਂ ਨਾ, ਅਤੇ ਉੱਥੇ ਜਸਪਾਲ ਦੀ ਇੱਕ ਭਾਬੀ, ਇੱਕ ਹੀ ਭਾਬੀ, ਇੱਕ ਭਰਾ ਵਾ ਉਹਦਾ, ਅਤੇ ਜਸਪਾਲ ਤੋਂ ਛੋਟਾ, ਅਤੇ ਉਹ ਉੱਥੇ ਕੰਮ ਕਰਦੀ ਸੀ। ਅਤੇ ਮੈਂ ਜਿਵੇਂ ਬੈਠੀ ਹੁੰਦੀ ਹਾਂ ਨਾ, ਅਤੇ ਉੱਥੇ ਗੱਲ ਕਰਨ ਡਈ ਹੁੰਦੀ ਸੀ, ਉਹ ਮੇਰਾ ਜੇਠ ਆਇਆ ਹੋਇਆ ਵਾ, ਉਹਦੀ ਵਾਈਫ ਇੱਦਾਂ ਪਈ, ਖਤਮ ਹੋ ਗਏ ਉਹਦੇ ਬੱਚੇ, ਅਤੇ ਇੱਦਾਂ ਦੀਆਂ ਸਟੋਰੀਆਂ ਸੁਣਾਉਣ ਡਈ ਹੁੰਦੀ। ਅਤੇ ਮੈਂ ਕਿਹਾ ਵੀ ਮੈਂ ਦਿਲ ਵਿੱਚ ਇੱਦਾਂ ਬੈਠੀ ਵੇਖਣ ਡਈ ਹਾਂ, ਪਰ ਮੈਂ ਕਦੀ ਇੰਟਰਫੀਅਰ ਨਹੀਂ ਕੀਤਾ, ਕਿਉਂਕਿ ਮੈਂ ਉਸ ਟਾਈਮ ਮੇਰੇ ਨਾਲ ਕੋਈ ਮਤਲਬ ਨਹੀਂ, ਕੁਛ ਨਹੀਂ, ਮੈਂ ਤਾਂ ਸ਼ਾਦੀशुदा ਸੀ ਉਸ ਟਾਈਮ। ਅਤੇ ਜਦੋਂ ਮੈਂ ਬੈਠੀ ਹਾਂ ਅਤੇ ਮੈਂ ਸੁਣ ਰਹੀ ਹੁੰਦੀ ਇਹਨਾਂ ਸਾਰੀਆਂ ਕੁੜੀਆਂ ਆਪਸ ਵਿੱਚ ਇਹ ਗੱਲਾਂ ਕਰਨੀਆਂ ਹੁੰਦੀਆਂ ਔਰਤਾਂ ਉੱਥੇ। ਅਤੇ ਬਾਅਦ ਵਿੱਚ ਜਸਪਾਲ 'ਤੇ ਪਤਾ ਲੱਗਾ ਵੀ ਵਾਓ, ਹੈ ਨਾ, ਕਿ ਜਸਪਾਲ ਨੇ ਉਹਨਾਂ ਨੂੰ ਫੋਟੋ ਦਿਖਾਈ ਹੋਊਗੀ ਮੈਨੂੰ ਮੇਰੀ, ਅਤੇ ਉਹਨੇ ਕਿਹਾ ਹੋ ਅੱਛਾ ਮੈਂ ਜਾਣਦੀ ਹਾਂ, ਉੱਥੇ ਕੰਮ ਕਰਦੀ ਹੁੰਦੀ ਸੀ। ਅੱਛਾ ਭਾਅ ਜੀ, ਪਰ ਇਹਦੇ ਦੰਦ ਉੱਚੇ ਆ। ਅਤੇ ਜਸਪਾਲ ਨੇ ਮੈਨੂੰ ਆ ਕੇ ਦੱਸਿਆ, ਉਹਨੇ ਕਿਹਾ, ਜਿਵੇਂ ਜਸਪਾਲ ਨੇ ਤੁਹਾਨੂੰ ਅੱਗੇ ਵੀ ਦੱਸਿਆ ਕਿ ਉਹ ਸ਼ਾਦੀ, ਮਤਲਬ ਕਿ ਕਿੱਦਾਂ ਉਹਦਾ ਸਿਰ ਪੀੜ ਹੋਣ ਲੱਗ ਪਿਆ ਸੀ, ਹੈ ਨਾ, ਨਹੀਂ ਚਾਹੁੰਦੀ। ਅਤੇ ਉਹਨੇ ਨਾ ਮੈਨੂੰ, ਜਸਪਾਲ ਨੇ ਦੱਸਿਆ, ਅਤੇ ਜਸਪਾਲ ਦੀ ਇਹ ਆਦਤ ਕਿ ਉਹਨੇ ਮੈਨੂੰ ਦੱਸ ਦਿੱਤਾ ਆਉਂਦਿਆਂ ਹੀ, ਸ਼ਾਦੀ ਵੀ ਨਹੀਂ ਹੋਈ ਸਾਡੀ, ਹੈ ਨਾ, ਇਹਨਾਂ ਗੱਲਾਂ ਦੀ। ਅਤੇ ਮੈਂ ਕਿਹਾ ਅੱਛਾ, ਮਤਲਬ ਮੈਨੂੰ, ਮੈਂ ਆਖਿਆ ਅੱਛਾ, ਅਜੇ ਵੀ ਸਿਰ ਤੋਂ ਪੈਰਾਂ ਤੱਕ, ਮਤਲਬ ਕਿ ਵਾਓ। ਅਤੇ ਜਸਪਾਲ ਮੈਨੂੰ ਨਹੀਂ ਕੁਛ ਵੀ, ਮੈਂ ਹੈਰਾਨ ਹੋਣ ਡਿਆ ਕਿ ਉਹਨੇ ਇੱਦਾਂ ਕਿਹਾ, ਅਤੇ ਮੈਂ ਵੀ ਬੜੀ ਹੈਰਾਨ ਹੋਈ ਇਸ ਚੀਜ਼ ਨੂੰ ਸੁਣ ਕੇ। ਅਤੇ ਕਹਿਣ ਨੂੰ ਤਾਂ ਮੇਰਾ ਵੀ ਬੜਾ ਜੀਅ ਕਰਦਾ ਸੀ ਕਈ ਕੁਛ, ਪਰ ਮੈਂ ਕਿਹਾ ਚਲੋ ਛੱਡੋ ਖੈੜਾ, ਕਿਉਂਕਿ ਜਿਸ ਜਸਪਾਲ ਨੂੰ ਮੈਂ ਵੇਖਿਆ ਸੀ ਨਾ, ਅਤੇ ਜਿਸ ਮਜ਼ਬੂਤੀ ਦੇ ਨਾਲ ਮੈਨੂੰ ਲੱਗਦਾ ਸੀ ਕਿ ਉਹ ਮੇਰਾ ਹੱਥ ਫੜੂਗਾ ਨਾ, ਅਤੇ ਮੈਨੂੰ ਪਾਰ ਨਿਗਾਹ ਦੂਗਾ, ਅਤੇ ਨਿਗਾਹ ਵੀ ਰਿਹਾ ਵਾ। ਮੈਂ ਕਿਹਾ ਇਹ ਚੀਜ਼ ਮੈਂ ਮਹਿਸੂਸ ਕਰ ਲਈ ਸੀ ਜਸਪਾਲ ਨੂੰ। ਜਿਵੇਂ ਸਾਨੂੰ ਸਾਰਿਆਂ ਨੂੰ ਇਸ ਧਰਤੀ 'ਤੇ ਬੈਠਿਆਂ ਹੋਇਆਂ ਉੱਪਰ ਵਾਲੀ ਜਿਹੜੀ ਪਾਵਰ ਆ, ਉਹਦਾ ਹੱਥ ਮਜ਼ਬੂਤੀ ਨਾਲ ਫੜਨਾ ਪੈਂਦਾ ਵਾ, ਅਤੇ ਫੜਿਆ ਹੁੰਦਾ ਜਦੋਂ ਜੇ ਹੱਥ ਹੀ ਉਹਨਾਂ ਦਾ, ਰੱਬ ਦਾ ਚੰਗੀ ਤਾਂ ਮਜ਼ਬੂਤੀ ਨਾਲ ਫੜਿਆ ਹੋਵੇ, ਅਤੇ ਸੰਸਾਰ ਦਾ ਭਵ ਸਾਗਰ ਰੱਬ ਪਾਰ ਕਰਾ ਦਿੰਦਾ। ਪਰ ਇੱਥੇ ਛੋਟੀਆਂ ਛੋਟੀਆਂ ਨਦੀਆਂ ਟੱਪਦਿਆਂ, ਛੋਟੇ ਛੋਟੇ ਖਾਲ ਟੱਪਦਿਆਂ, ਇਸ ਜ਼ਿੰਦਗੀ ਦੇ ਇਸ ਤੱਲੇ ਰਹਿੰਦਿਆਂ ਜਦੋਂ, ਅਤੇ ਆਪਾਂ ਨੂੰ ਸਹਾਰਿਆਂ ਦੀ ਲੋੜ ਹੁੰਦੀ ਆ, ਛੋਟੇ ਛੋਟੇ ਸਹਾਰਿਆਂ ਨੂੰ। ਮਾਂ ਨੂੰ ਪੁੱਤ ਦੀ ਲੋੜ ਹੁੰਦੀ ਆ, ਪੁੱਤ ਨੂੰ ਮਾਂ ਦੀ ਲੋੜ ਹੁੰਦੀ ਆ, ਆਦਮੀ ਨੂੰ ਔਰਤ ਦੀ ਲੋੜ ਹੁੰਦੀ, ਔਰਤ ਨੂੰ ਆਦਮੀ। ਇਹ ਨਿੱਕੇ ਨਿੱਕੇ ਖਾਲ ਟੱਪਦਿਆਂ ਹੱਥ ਫੜ ਕੇ ਟੱਪੇ ਜਾਣ ਤਾਂ ਥੋੜ੍ਹੇ ਸੌਖੇ ਟੱਪੇ ਜਾਂਦੇ ਆ। ਇਸੇ ਤਰ੍ਹਾਂ ਮੈਨੂੰ ਉਹਦੀ, ਜਸਪਾਲ ਦੀ ਪ੍ਰੈਜੈਂਸ ਇੱਦਾਂ ਲੱਗਦੀ ਸੀ ਜਦੋਂ ਵੀ ਉਹ ਮੇਰੇ ਕੋਲ ਹੁੰਦਾ ਸੀ
भी इदां लगदी ही कि आदमी इत्थे छोटे छोटे जिहड़े खाले आ ना इहदे सहारे ना मैं टप जाने आ। एक समझौता समझ के शादी दियां शुरुआत होनियां शुरू होईयां। जिवें मैं बस उस दिन घर गई हाँ जसपाल उस तो बाद नहीं गई, तो मैं जदों दस्सिया वेख्या घर भरा भी भाभी बच्चे दादी दादा बच्चों के सारे उत्थे, तो मैनूं लगा कि बहुत ज़्यादा वधिया माहौल आ, बहुत ज़्यादा वधिया माहौल आ, ते किन्ने सारे इकट्ठे आ, ते किन्ना प्यार एकदम मैं उन्हां दे घर गई तो किन्ना प्यार दिता, ते किन्ना ही सारे जने इकट्ठे हस्सिया करांगे खेडिया करांगे। एक जिवें तुहानूं पता कि इंसान दे कोल कुछ भी हुंदा थोड़ा जिहा भी हुंदा तो इंसान पिक्चरां उस वेले इमेजीनेशन अपने अंदर बनाउणा, पता नहीं हुंदा कि नैक्सट मोमेंट की होण वाला वा, पर इहो जिहियां एक तस्वीरां बनाउणियां शुरू कर दिंदा। तो मैं भी वो तस्वीर बना ली कि मैं तो जिवें तुहानूं दस्सिया कि मैं ना जसपाल नूं मैनूं सोहना लगा, ना मैनूं जसपाल नाल प्यार होया। मतलब कि मैनूं ये लगा कि वो सारे जाने इदां इकट्ठे रल के हस्सणगे खेडणगे, तो एक परिवार का माहौल जिहड़ा मैं कई अपने घर भी असीं दो ही हाँ जिवें भैन भरा, तो ये माहौल मैनूं चंगा लगदा ਸੀ। जिथे भी मैं दो जिथे भी मैं 4 जाने लोगों तो ज़्यादा वध लोग देखदी हाँ, 6-7 जाने वेखदी हाँ 8 वेखदी हाँ, तो मेरा दिल खिड़ जाता है, तो मैनूं लगदा है कि बहुत ज़्यादा वधिया माहौल है ना। फिर जसपाल ने दस्सिया कि आपां शादी करनी हैगी आ, ते तू मतलब रजामंद आ। तो जसपाल ने मैनूं ये भी दस्सिया कि जेड़ा जेड़ा भी तेरी जिंदगी 'च हैगा तू उन्हां नाल बोल सकदी, दस सकदी, उन्हां नूं हुण बोल सकदी आ। उस तो बाद बड़ी चंगी तरह दस्सिया, बहुत चंगी तरह समझाया, ये नहीं कि कोई दबके मार के जां गालां कड्ढ के, बहुत चंगी तरह दस्सिया। जिवें तुहानूं मैं दस्सिया कि जदों तुसीं इंटरनेट ते रहिंदे हो बहुत सारे लोकां दे, ते मैं जसपाल नूं दस्सण डई हाँ, वो भी तुहानूं हासे वाली गल सुणाउणी आ। एक ऐड ने मेरी दा जवाब दिता मेरी प्रोफाइल ते, एक आदमी ही फुम्मन सिंह, ते मैं क्या हाय वाहिगुरू फुम्मन सिंह मेरे गले विच पट्टा पा ला ते मैनूं चुक ला बस, है ना, कि फुम्मन सिंह रह गया ही। मैनूं हासा आंदा ओके वो कनेडा तो कोई ऐड दा जवाब आया, ऐड कहण डई आं मेरी प्रोफाइल दा, ऐड ही हो गई, ऐड ही होई, अपने आप दी नमैश लाउणी ऐड ही हो जाती है ना, अपने आप नूं लोकां दे सामने रखना एक ऐड ही हो जाती है, जो मेरे मूँहों शायद निकल रहा सच ही होवे। ते वो आया तो मैं फुम्मन सिंह आ, मेरियां 6 कुड़ियां ने है ना, ते मेरे डिवोर्स हो गया। तो मैं क्या हाय रब्बा, मतलब कि कुड़ियां दा ख्याल रखे है ना इंसान, ते किहड़े कम्म च लग गया वा, है ना। मैं उस टाइम 30 तो उपर सा, ते मैं बहुत ज़्यादा हैरान हुई। तो मैं जसपाल नूं दस्सिया, जसपाल आया होए घर, ते मैं कहा जसपाल ने फोन चुक ला, ते जिन्नू भी जवाब देने आ हुण तू जेह्दे हुण खुली छुट्टी आ, जिन्ना चिर अपनी शादी नहीं हुंदी खुली छुट्टी है, जिन्नू मिलना मिल, वो जेह्ड़ा पहला जिन्नू दस्सना दस कुछ कर, है ना। ते उस तो बाद तुसीं साडे ते असीं टाडे, है ना। ते मैं क्या ठीक आ, ते पर मैं जिवें तुहानूं दस्सिया ही कि मैनूं जसपाल लई बेस्ट लगा इंसान कि जिमें और को हर चीज़ मतलब कि बच्चों की नहीं सिरदर्दी होनी। दूसरा इदा लगा कि उन्होंने वाइफ जा चुकी है, उन्हें दर्द आ अंदर जसपाल के अंदर भी, तो और प्लस जिमें मैनू गल्लां सुनाते ही अपनी वाइफ दियां कि किन्ना प्यार करते ही उन्होंने, किन्ना मतलब कि उन्होंने मतलब बहुत ज़्यादा केयर की उन्होंने दिनों भी सारा कुछ। तो मैनू लगा कि वाह आदमी औरत की बहुत इज्जत करता, जिहड़ी मैं तलाश हाँ वो मिल गई है। और प्लस जिहड़ियां चीज़ें जिहड़े कम मैं दस्से जसपाल नूं कि मैं सच दसदी हाँ कि मैं सब तो पहलों शादी करन तो पहलों आ 2 काम करने आ, एक अपने भरा नूं लियाउणा, एक ओहदी जनानी लियाउणा। अपना विआह मेरे लिए इन्नी वड्डी सैलीब्रेशन नहीं हैगी जिन्ना मेरा ये काम है। वो जसपाल ने हाँ किया होया ही मेरे लिए, हाँ कर दिता। फिर मेरी जिंदगी अगों फिर भी मतलब कि जसपाल ने कहा कि आपां गुरुद्वारा साहब भी विआह होना। मैं अपने बैठी अपने मन विच, मैं ताइयों तुहानूं दस्सिया मैं तैयार नहीं हुई जां कुछ आ, मैं कोई चूड़ा नहीं पाया, इहो जिहियां चीज़ां मैं हुण अज कई बार रिगरैट होंदा अपने आप ते कि वो मेरी बेवकूफियां ही, क्यों नहीं मैं तैयार हुई, क्यों नहीं मैं सोहना सूट खरीद के लैके आई, है ना। मैं काम करदी हाँ सारा कुछ सी मेरे लिए, इंडिया तो बहुत सोहने कपड़े आउंदे ही, क्यों नहीं मैं सब चीज़ां कीतियां, क्यों नहीं मैं पूरी तरह दुल्हन सजी, जिहड़े मेरे चाम लाल रह गए वो मैं कंप्लीट करदी। पर हुण रिगरैट होंदा, पर उस टाइम मेरी ये सोच नहीं हैगी। उस टाइम मेरी सोच ये सी कि बाबा जी के सामने 4 लावां लईआं गईआं, बाबा जी के सामने बड़े बड़े प्रॉमिस होए टुट गए, तो हुण दूजी बार बाबा जी के सामने जांदिआं किन्नी शर्म की गल आ।
किन्नी शर्म की गल आ, नमोशी च मर मिटन वाली गल आ मेरी जिंदगी लई कि मैं बाबा जी दे सामने जावां ते जाके फिर किसे होर ना बैठी शादी दा बंधन रच रही होवां। बड़ा मैनू ना ते जसपाल नूं मैं कहा कि आपां इदां करिए कि आपां दोवें एक दूसरे नूं समझदे आ करदे आ ते आपां इक रहना शुरू कर दईए ते शादी अपनी है ना, ते बाबा जी दे सामने नहीं मैं जाना चाहती। तो जसपाल ने कहा नहीं वो शादी मन्नी नहीं जाती कि जे बाबा जी के सामने नहीं जाना। तो मैं क्या कि चलो ठीक है, कुछ चारा ही नहीं क्योंकि जसपाल इस चीज़ तो नहीं। जसपाल ने कहा कि मैं गुरु ग्रंथ साहब के सामने ही शादी करनी है, भावें कुछ भी हो इदा ही करनी ना। जसपाल ने मैनू पूछा तू की पाना वा, जसपाल हुण भी इदा दी नेचर दा है कि कुछ इदा उदा ही आ ना। जसपाल ने मैनू पूछा तू की तैयारी करनी, ना कुछ नहीं पूछा, ना मैं जसपाल ने पूछा। जिवें तुहानूं दस्सिआ ही मेरा समझौता ही जसपाल दी लाइफ पार्टनर चाहिदा ही। ते मैं भी असीं दोनों ने इस टॉपिक ते कुछ नहीं गल कीती है ना। मैं भी अपने घरों चले गई गुरुद्वारे साहब ते शादी होई। उत्थे उन्होंने जोड़ा खाना किया ही लंगर का, उत्थे उन्होंने नहीं किया। जसपाल वाली साइड तो ही मतलब कि हैगा ही जो असीं घर गए हाँ, पानी भी वारिया गया दूजी बार। घर विच बहुत ज़्यादा वधिया माहौल सी। जसपाल दियां भूआ फुफड़ भैणां जीजे सब मौजूद सी और सब तो ज़्यादा खुशी जिहड़ी ही जसपाल दे डैडी दियां अखां विच चमक सी सब तो ज़्यादा। और सारे जने उत्थे लिविंग रूम दे विच सारिਆਂ ने गाने लाए, डांस करन लए ही, डांस करन लग पे ही जो असीं उन्हां दे घर गए आ। तो डैडी उन्होंने स्टेयर दे विच इदां बैठे ही तो मैनू वेखण डे तो बहुत खुश होण डे ही। वो भी भंगड़ा पाउण डे ही, वो भी उठ के पाउण डे ही, इन्ने ज़्यादा खुश सी, बहुत ज़्यादा खुशी का माहौल सी। अगों मैं तुहानूं दसदी हां दूसरे टॉपिक च, फिर मिलदी हां। थैंक यू।